हर कोई इस अंदोलन ਦੇ ਵਿੱਚ ਲਗਾਤਾਰ ਸ਼ਾਮਿਲ ਹੋ ਰਿਹਾ। ਇਸ ਵੇਲੇ ਮੈਂ ਜਿੱਥੇ ਬੈਠੀ ਹਾਂ ਇਹ ਦੋਸਾਂਝਾ ਵਾਲਿਆਂ ਦਾ ਇੱਥੇ ਲੱਗੇ ਹੋਏ ਨੇ ਟੈਂਟ, ਉਹਨਾਂ ਦੇ ਲੱਗੇ ਹੋਏ ਨੇ ਔਰ ਦੋਸਾਂਝਾ ਤੋਂ ਕੌਣ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਸੋ ਦਲਜੀਤ ਦੋਸਾਂਝ ਉਹਨਾਂ ਦੇ ਪਿੰਡ ਤੋਂ ਇਹ ਸਾਰੇ ਜਿਹੜੇ ਇੱਥੇ ਇਕੱਤਰਿਤ ਹੋਏ ਨੇ ਔਰ ਲਗਾਤਾਰ ਜਦੋਂ ਸੰਘਰਸ਼ ਸ਼ੁਰੂ ਹੀ ਹੋਇਆ ਸੀ ਉਦੋਂ ਤੋਂ ਇਹਨਾਂ ਨੇ ਇੱਥੇ ਮੋਰਚੇ ਜਿਹੜੇ ਨੇ ਉਹ ਲਗਾਏ ਹੋਏ ਨੇ। ਅੱਜ ਕੁਝ ਲੇਡੀਜ਼ ਆਈਆਂ ਨੇ ਦੋਸਾਂਝਾ ਵਾਲੇ ਪਿੰਡ ਤੋਂ, ਸੋ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਕੀ ਨਾਮ ਹੈ ਤੁਹਾਡਾ? ਸੁਖਵਿੰਦਰ ਕੌਰ। ਸੁਖਵਿੰਦਰ ਕੌਰ। ਸੋ ਦਲਜੀਤ ਦੋਸਾਂਝ ਤੁਹਾਡੇ ਪਿੰਡ ਦੇ ਨੇ, ਕੀ ਕੋਈ ਰਿਸ਼ਤਾ ਵੀ ਹੈ ਤੁਹਾਡਾ ਉਹਨਾਂ ਨਾਲ? ਹਾਂਜੀ, ਮੇਰੇ ਦੇਰ ਲੱਗਦੇ। ਤੁਹਾਡਾ ਦੇਰ ਲੱਗਦਾ, ਤੁਸੀਂ ਉਹਨਾਂ ਦੀ ਭਰਜਾਈ ਲੱਗਦੇ ਆ, ਜਾਨੀ ਕਿ ਦਿਓਰ ਭਰਜਾਈ ਦਾ ਤੁਹਾਡਾ ਰਿਸ਼ਤਾ ਹੈ। ਸੋ ਇਸ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਤੁਸੀਂ ਆਏ ਆ, ਨਵੇਂ ਸਾਲ ਦਾ ਇਹ ਪਹਿਲਾ ਦਿਨ ਹੈਗਾ, ਕਿਉਂ ਤੁਹਾਨੂੰ ਲੱਗਾ ਵੀ ਇੱਥੇ ਆ ਕੇ ਮਨਾਉਣਾ ਚਾਹੀਦਾ ਹੈ? ਸਾਨੂੰ ਲੱਗਾ ਸਾਡੇ 25 ਤਰੀਕ ਤੋਂ ਸਾਡੇ ਫਾਦਰ ਇਨ ਲਾਅ ਇੱਥੇ ਆ, ਸਾਨੂੰ ਲੱਗਾ ਵੀ ਅਸੀਂ ਜਾ ਕੇ ਉਹਨਾਂ ਦਾ ਹੌਸਲਾ ਵਧਾਈਏ ਵੀ ਅਸੀਂ ਤੁਹਾਡੇ ਮਗਰ ਖੜੇ ਆ, ਤੁਸੀਂ ਡਟ ਕੇ ਇੱਥੇ ਮੁਕਾਬਲਾ ਕਰੋ, ਆਪਣੇ ਹੱਕ ਆਪਣੇ ਮਨਾ ਕੇ ਜਾਓ ਜੀ। ਸੋ ਇਸ ਕਰਕੇ ਤੁਹਾਨੂੰ ਲੱਗਾ ਕਿ ਅੱਜ ਆਉਣਾ ਚਾਹੀਦਾ। ਜਿਸ ਤਰ੍ਹਾਂ ਅਸੀਂ ਇੱਥੇ ਮਨਾਉਣ ਆਏ ਆ ਦਿੱਲੀ ਦੇ ਵਿੱਚ, ਨਵਾਂ ਸਾਲ ਦੀ ਸ਼ੁਰੂਆਤ ਹਾਂਜੀ ਇੱਥੇ ਕਰਨਾ ਹੈ, ਦਿੱਲੀ ਤੋਂ ਕਰਨਾ ਚਾਹੁੰਦੇ ਆ। ਹੁਣ ਜਦੋਂ ਇੱਥੇ ਆਏ ਸੀਗੇ, ਆਉਂਦੇ ਹੋਏ ਰਸਤੇ 'ਚ ਵੀ ਦੇਖਿਆ ਹੋਣਾ, ਜਦੋਂ ਅਸੀਂ ਦਿੱਲੀ ਵੱਲ ਨੂੰ ਆਉਂਦੇ ਹਾਂ ਤੇ ਰਾਹ 'ਚ ਜ਼ਿਆਦਾਤਰ ਜਿਹੜੇ ਸਾਨੂੰ ਵਾਹਨ ਮਿਲਦੇ ਆ ਕਿਸਾਨੀ ਝੰਡੇ ਲੱਗੇ ਹੁੰਦੇ, ਇੱਕਜੁੱਟਤਾ ਏਕਤਾ ਦੀ ਗੱਲ ਹੁੰਦੀ ਹੈ। ਸੋ ਸਾਰਾ ਕੁਝ ਦੇਖ ਕੇ ਕਿਵੇਂ ਦਾ ਲੱਗ ਰਿਹਾ ਸੀ? ਬਹੁਤ ਵਧੀਆ ਲੱਗ ਰਿਹਾ ਹੈ। ਹਾਂਜੀ, ਮੋਦੀ ਨੂੰ ਹੁਣ ਸੂਤ ਕਰਕੇ ਜਾਵਾਂਗੇ ਜੀ। ਜੀ ਜੀ ਜੀ। ਜਿਸ ਤਰ੍ਹਾਂ ਦੇ ਨਾਲ ਦਲਜੀਤ ਦੋਸਾਂਝ ਉਹਨਾਂ ਦੇ ਵੱਲੋਂ ਵੀ ਜਿਹੜਾ ਟਵਿੱਟਰ ਦੇ ਉੱਤੇ ਲਗਾਤਾਰ ਕਿਸਾਨੀ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ, ਜਿਹੜੇ ਉਸ ਅੰਦੋਲਨ ਦੇ ਖਿਲਾਫ ਵੀ ਬੋਲ ਰਹੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਚੁੱਪ ਕਰਾਇਆ। ਸੋ ਇਹ ਸਾਰੇ ਨੂੰ ਕਿੱਦਾਂ ਦੇਖ ਰਹੇ ਹੋ? ਅਸੀਂ ਵਧੀਆ ਤਰੀਕੇ ਨਾਲ ਦੇਖ ਰਹੇ ਹਾਂ ਕਿ ਸਾਡੇ ਇੱਥੇ ਭੈਣ ਭਰਾਵਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਰਲ ਕੇ ਇੱਥੇ ਜਿੰਨਾ ਵੀ ਸੰਘਰਸ਼ ਕੀਤਾ ਆ, ਸਾਨੂੰ ਉਹਦਾ ਹੁਣ ਫਾਇਦਾ ਲੈਣਾ ਚਾਹੀਦਾ ਆ। ਮੋਦੀ ਨੂੰ ਵੀ ਚਾਹੀਦਾ ਕਿ ਮੋਦੀ ਹੁਣ ਆਪਣੇ ਜਿਹੜੇ ਉਹ ਮੰਨ ਲਵੇ, ਸਾਡੀ ਮੰਗਾਂ ਮੰਨ ਲਵੇ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਸੋ ਇਹ ਦਲਜੀਤ ਦੋਸਾਂਝ ਉਹਨਾਂ ਦੇ ਪਿੰਡ ਤੋਂ ਆਏ ਨੇ, ਉਹਨਾਂ ਦੇ ਭਰਜਾਈ ਨੇ। ਸੋ ਦੇਖ ਲਿਆ ਏਕਤਾ ਦਾ ਨਾਰਾ ਜਿਹੜਾ ਉਹ ਇਹ ਵੀ ਲਗਾ ਰਹੇ ਹੈਗੇ ਆ। ਸੋ ਦਲਜੀਤ ਦੋਸਾਂਝ ਉਹਨਾਂ ਤੇ ਪੰਜਾਬ ਦੀਆਂ ਜਿੰਨੀਆਂ ਵੀ ਮਾਵਾਂ ਸੀਗਾ ਉਹਨਾਂ ਦੇ ਉੱਤੇ ਇੱਕ ਉਹਨਾਂ ਨੂੰ ਦਿਹਾੜੀਦਾਰ ਕਿਹਾ ਸੀਗਾ, ਬਾਲੀਵੁੱਡ ਦੀ ਇੱਕ ਐਕਟਰੈਸ ਸੀਗੀ ਉਹਨੇ। ਸੋ ਉਹਨੇ ਉਹਨਾਂ ਦੀ ਬਹੁਤ ਟਵਿੱਟਰ ਉਹਨਾਂ ਦੀ ਵਾਰ ਹੋਈ ਸੀਗੀ, ਬੜੇ ਜਵਾਬ ਉਹਨਾਂ ਨੂੰ ਕਰਾਰੇ ਦਿੱਤੇ ਸੀਗੇ। ਸੋ ਤੁਸੀਂ ਵੀ ਹੁਣ ਇੱਥੇ ਆਏ ਹੈਗੇ ਆ ਤੇ ਕੀ ਕੁਛ ਤੁਹਾਨੂੰ ਕੀ ਲੱਗ ਰਿਹਾ, ਬਿਲਕੁਲ ਸਹੀ ਕੀਤਾ ਸੀਗਾ? ਉਹਨੇ ਬਿਲਕੁਲ ਸਹੀ ਨਹੀਂ ਕੀਤਾ। ਜੇ ਉਹ ਸਾਨੂੰ ਇਦਾਂ ਕਹਿੰਦੀ ਹੈ ਵੀ 100 ਰੁਪਏ ਨੂੰ ਆਈਆਂ ਵਾ, ਅਸੀਂ ਉਹਨੂੰ 10,000 ਵੀ ਦਿੰਦੇ ਆ, ਸਾਡੇ ਘਰ ਆ ਕੇ ਭਾਂਡੇ ਮਾਂਜੇ ਸਾਡੇ, ਉਹਨੂੰ ਪਤਾ ਲੱਗੇ ਕਿ ਕਿੱਦਾਂ ਇਹ ਕਹੀਦਾ ਵਾ, ਕਿੱਦਾਂ ਉਹਦਾ ਜਵਾਬ ਮਿਲਦਾ। ਹਾਂ, ਉਹਨੂੰ ਇੱਕ ਵਾਰੀ ਅਸੀਂ ਤੋੜ ਜਵਾਬ ਦੇਵਾਂਗੇ। ਕੰਗਣਾ ਨੂੰ ਅਸੀਂ ਇਦਾਂ ਦੀ ਮਾਰ ਦੇਵਾਂਗੇ ਨਾ, ਉਹ ਯਾਦ ਕਰੂਗੀ, ਅੱਗੇ ਤੋਂ ਕਦੀ ਇਦਾਂ ਦੀ ਗਲਤੀ ਕਦੇ ਵੀ ਨਹੀਂ ਕਰੂਗੀ ਉਹ। ਜੀ। ਸੋ ਉਹਨੇ ਇਹ ਗਲਤ ਬਿਆਨ ਦਿੱਤਾ, ਉਹਨੂੰ ਇੱਕ ਔਰਤ ਹੋ ਕੇ ਦੂਸਰੀਆਂ ਔਰਤਾਂ ਦੇ ਬਾਰੇ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਕੀ ਨਾਮ ਕੀ ਹੈ ਤੁਹਾਡਾ, ਮੈਨੂੰ ਦੱਸੋ? ਜਸਵੀਰ ਕੌਰ। ਜਸਵੀਰ ਕੌਰ। ਤੁਹਾਡਾ ਨਾਮ ਕੀ ਸੀ? ਮੇਰਾ ਨਾਮ ਸੁਮਨ। ਸੁਮਨ। ਤੁਸੀਂ ਅੱਜ ਹੀ ਆਏ ਆ ਇਸ ਮੋਰਚੇ ਦੇ ਵਿੱਚ? ਹਾਂਜੀ, ਅਸੀਂ ਅੱਜ ਸਾਡਾ ਬਹੁਤ ਮਨ ਸੀ ਅਸੀਂ ਜਾਈਏ, ਅਸੀਂ ਆਪਣਾ ਨਵਾਂ ਸਾਲ ਅੱਜ ਇੱਥੇ ਦਿੱਲੀ ਵਿੱਚ ਹੀ ਮਨਾਉਣਾ ਚਾਹੁੰਦੇ ਸੀ। ਅਸੀਂ ਬਹੁਤ, ਸਾਨੂੰ ਚਾਅ ਸੀ ਰਾਤੀ ਵੀ ਅਸੀਂ ਸਵੇਰ ਨੂੰ ਜਾਣਾ, ਜਲਦੀ ਜਾਈਏ। ਅਸੀਂ ਆਪਣੇ ਮੋਰਚੇ ਤੇ ਜਾ ਕੇ ਡਟ ਕੇ ਉੱਥੇ ਜਾ ਕੇ ਨਾਅਰੇ ਲਾਈਏ, ਆਪਣਾ ਜੋ ਵੀ ਹੈਗਾ ਅਸੀਂ ਸਾਰਾ ਆਪਣਾ ਕਰੀਏ, ਆਪਣਾ ਹੱਕ ਲਈਏ। ਅਸੀਂ ਹੁਣ ਸੋਚਦੇ ਅਸੀਂ ਆਪਣਾ ਹੱਕ ਲੈ ਕੇ ਹੀ ਜਾਣਾ ਵਾਪਸ। ਜੀ। ਹਾਂਜੀ। ਅੱਛਾ ਜਸਵੀਰ ਜੀ, ਇਹ ਦੱਸੋ, ਜਦੋਂ ਪਹਿਲਾਂ ਵੀ ਇਹ ਪੰਜਾਬ ਦੇ ਵਿੱਚ ਵੀ ਮੋਰਚਾ ਕਾਫੀ 2 ਮਹੀਨੇ ਤੋਂ ਚੱਲ ਰਿਹਾ ਸੀਗਾ, ਪਰ ਜਦੋਂ ਦਿੱਲੀ ਪਹੁੰਚਿਆ ਆ ਉਸ ਤੋਂ ਬਾਅਦ ਜਦੋਂ ਦਲਜੀਤ ਦੋਸਾਂਝ ਉਹਨਾਂ ਦੀ ਕੰਗਨਾ ਰਣੌਤ ਦੇ ਨਾਲ ਬਹਿਸ ਬਸਈਆ ਹੁੰਦਾ ਆ, ਉਦੋਂ ਤੁਹਾਨੂੰ ਜ਼ਿਆਦਾ ਪਤਾ ਲੱਗਾ ਸੀ ਕਿ ਵੀ ਲੈ ਵੀ ਸਾਡੇ ਪਿੰਡ ਦੇ ਮੁੰਡੇ ਨਾਲ ਵੀ ਪੰਗਾ ਲੈ ਲਿਆ ਹੈਗਾ, ਸਾਡੇ ਪਿੰਡ ਦਾ ਮੁੰਡਾ ਵੀ ਕਿਸਾਨੀ ਅੰਦੋਲਨ ਨੂੰ ਕਰ ਰਿਹਾ ਆ, ਸਪੋਰਟ ਕਰ ਰਿਹਾ, ਅਸੀਂ ਵੀ ਜਾਈਏ, ਕਿ ਪਹਿਲਾਂ ਹੀ ਸਮਝ ਲੱਗ ਗਈ ਸੀ ਵੀ ਕੁਝ ਗਲਤ ਹੋ ਰਿਹਾ ਹੈਗਾ ਤੇ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ? ਨਹੀਂ, ਸਾਨੂੰ ਤਾਂ ਜੀ ਪਹਿਲੋਂ 25 ਸਤੰਬਰ ਤੋਂ ਹੀ ਪਤਾ ਆ। ਅਸੀਂ ਤਾਂ 25 ਸਤੰਬਰ ਤੋਂ ਹੀ ਬੈਠੇ ਆ। ਸਾਡੇ ਚਾਹੇ ਸਿਆਣੇ ਆ, ਚਾਹੇ ਸਾਡੇ ਮੇਰੇ ਭਰਾ ਆ, ਕੋਈ ਦੇਰ ਆ, ਕੋਈ ਜੇਠ ਆ, ਕੁਛ ਵੀ ਬੱਚੇ ਵੀ ਬੈਠੇ ਆ, ਸਾਰੇ ਬੈਠੇ ਹੱਕ ਲੈਣ ਲਈ ਬੈਠੇ ਆ। ਸਾਨੂੰ ਤਾਂ ਬਾਹਰੋਂ ਵੀ ਬਹੁਤ ਸਪੋਰਟ ਆਉਂਦੀ ਆ ਕਿ ਤੁਸੀਂ ਜਾਓ ਬਾਰਡਰਾਂ ਤੇ, ਜਾਂਦੀਆਂ ਕਿਉਂ ਨਹੀਂ। ਮੈਂ ਕੱਲ ਆਪਣੇ ਬੇਟੇ ਨੂੰ ਦੱਸਿਆ, ਉਹ ਬੜਾ ਖੁਸ਼ ਹੋਇਆ, ਕਹਿੰਦਾ ਮੰਮੀ ਤੁਹਾਨੂੰ ਪਹਿਲਾਂ ਜਾਣਾ ਚਾਹੀਦਾ ਸੀ। ਮੈਂ ਕਿਹਾ ਪੁੱਤ ਬੀਬੀਆਂ ਚੱਲੀਆਂ ਹੀ ਅੱਜ ਆ, ਤੇ ਮੈਂ ਤਾਂ ਸਵੇਰ ਨੂੰ ਜਾਣਾ ਆ, ਵੀ ਤੂੰ ਫੋਨ ਬੰਦ ਕਰ ਦੇ, ਮੈਂ ਸੌਣਾ ਆ, ਤਾਂ ਸਵੇਰੇ ਸਵਖਤੇ ਉੱਠ ਕੇ ਜਾਣਾ ਆ। ਹਾਂ, ਅਸੀਂ ਤਾਂ ਆਪਣਾ ਹੱਕ ਲੈਣਾ। ਵੀ ਉਹਨੂੰ ਕਹਿਣਾ ਨਹੀਂ ਸੀ ਚਾਹੀਦਾ ਕੰਗਣਾ ਨੂੰ ਇੰਨੀ ਗੱਲ, ਵੀ ਉਹ ਸਾਡੇ ਘਰ ਭਾਂਡੇ ਮਾਂਜੇ, ਅਸੀਂ ਭਾਵੇਂ 4,000 ਲਵੇ ਸਾਤੋਂ, ਆ ਕੇ ਲੱਗੇ ਤਾਂ ਦਿਹਾੜੀ ਸਾਡੇ। ਤੂੰ ਉਹ 100 ਰੁਪਏ ਦੀ ਗੱਲ ਕਰਦੀ, ਅਸੀਂ ਤਾਂ ਉਹਨੂੰ 10,000 ਦੇਣ ਨੂੰ ਤਿਆਰ ਆ। ਦਿਹਾੜੀ ਕਰੇ ਤਾਂ ਸਹੀ ਹੈ। ਪੰਜਾਬ ਦੇ ਖਾਂਦੇ ਪੀਂਦੇ ਲੋਕ, ਇਹਨਾਂ ਨੂੰ ਦਿਹਾੜੀ ਤੇ ਜਾਣ ਦੀ ਲੋੜ ਨਹੀਂ, ਇਹਨਾਂ ਦੇ ਕੋਲ ਆਪਣੀ ਜ਼ਮੀਨ ਹੈ, ਜਾਇਦਾਦ, ਕੀਰਤੀ ਲੋਕ ਨੇ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਵਿੰਦਰ ਕੌਰ। ਕੁਲਵਿੰਦਰ ਕੌਰ।
ਤੁਸੀਂ ਵੀ ਇਸੇ ਪਿੰਡ ਤੋਂ ਆਏ ਹੋ? ਹਾਂਜੀ ਇੱਥੋਂ ਆਈ ਮੈਂ, ਮਤਲਬ ਦਸਾਂਝ ਕਲਾਂ ਤੋਂ। ਹਾਂਜੀ ਹਾਂਜੀ, ਮੇਰਾ ਅੱਜ ਪਰਿਵਾਰ 'ਚ ਕੌਣ ਜਿਹੜਾ ਹੈਗਾ ਇੱਥੇ ਦਸਾਂਝੀ ਪਹੁੰਚੇ? ਉਹ ਗਰੀਸ ਗਿਆ, ਇੱਕ ਗਿਆ ਦੁਬਈ। ਦੋਨਾਂ ਨੇ ਮੈਨੂੰ ਕਿਹਾ ਤੁਸੀਂ ਵੀ ਜਾ ਕੇ ਆਓਗੇ, ਤੁਸੀਂ ਵੀ ਪਹੁੰਚੋ, ਕਿਉਂ ਨਹੀਂ ਇਦਾਂ ਇੰਨਾ ਲੇਟ ਹੋ ਗਏ ਆ। ਮੈਂ ਕਿਹਾ ਨਹੀਂ, ਅਸੀਂ ਪਹਿਲਾਂ ਨਵਾਂ ਸਾਲ ਮਨਾਉਣ ਜਾਣਾ ਹੈ ਨਾ। ਇਹ ਅਸੀਂ ਸੋਚਦੇ ਸੀਗੇ ਸ਼ਾਇਦ ਵੀ ਨਵਾਂ ਸਾਲ ਵੀ ਸਾਨੂੰ ਨਹੀਂ ਆਉਣਾ ਪਊਗਾ, ਆਉਣਾ ਪਿਆ। ਫਿਰ ਸਾਰਿਆਂ ਲੱਗਾ ਸੀ ਵੀ ਫੈਸਲਾ, ਤੁਹਾਨੂੰ ਲੱਗਾ ਵੀ ਫੈਸਲਾ ਆ ਜਾਣਾ ਵੀ ਸ਼ਾਇਦ ਜਾਣਾ ਨਾ, ਉਹ ਉਡੀਕਦੇ ਰਹੇ, ਨਹੀਂ ਹੋਇਆ ਤਾਂ ਆਉਣਾ ਪਿਆ। ਬੱਚੇ ਕਹਿ ਰਹੇ ਆ ਜਿਹੜੇ ਬਾਹਰ ਬੈਠੇ ਆ। ਸੋ ਇਸ ਅੰਦੋਲਨ ਦੇ ਵਿੱਚ ਸਭ ਤੋਂ ਜਿਹੜਾ ਅਸੀਂ ਦੇਖਿਆ, ਜਿੱਥੇ ਪੰਜਾਬ ਦੀ ਜਵਾਨੀ ਦਾ ਸਮਰਥਨ ਤਾਂ ਦਿੱਤਾ ਹੀ ਜਾ ਰਿਹਾ ਸੀ, ਪੰਜਾਬ ਦੀ ਜਵਾਨੀ ਤਾਂ ਕਿਸਾਨੀ ਨਾਲ ਆਣ ਖੜੀ ਹੀ ਹੈ, ਪਰ ਜਿਹੜੇ NRI ਵੀਰ ਆ ਜਿਹੜੇ ਇੱਥੋਂ ਕਹਿ ਲਓ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਬਾਹਰ ਗਏ ਸੀ, ਸਭ ਤੋਂ ਜ਼ਿਆਦਾ ਜਿਹੜਾ ਦਰਦ ਸੀ ਉਹਨਾਂ ਨੇ ਮਹਿਸੂਸ ਕੀਤਾ ਔਰ ਸਭ ਤੋਂ ਜ਼ਿਆਦਾ ਸਮਰਥਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਔਰ ਸੇਵਾ ਵੀ ਇੱਥੇ ਲਗਾਤਾਰ ਜੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਲੰਗਰ ਦਿੱਤੇ ਜਾ ਰਹੇ ਨੇ, ਉਹ ਹਰ ਇੱਕ ਤਰ੍ਹਾਂ ਦੀਆਂ ਸੇਵਾਵਾਂ ਵੀ ਉਹਨਾਂ ਦੇ ਵੱਲੋਂ ਲਗਾਤਾਰ ਪਹੁੰਚਾਈਆਂ ਜਾ ਰਹੀਆਂ ਨੇ। ਸੋ ਇੱਧਰ ਸਤਿ ਸ਼੍ਰੀ ਅਕਾਲ ਸੇ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਾਸਟਰ ਸ਼ਿੰਗਾਰਾ ਸਿੰਘ ਦਸਾਂਝ। ਮੈਂ 35 ਸਾਲ ਪੜ੍ਹਾ ਕੇ ਰਿਟਾਇਰ ਹੋਇਆ ਆ। ਪਿੰਡ ਮੇਰਾ ਦਸਾਂਝ ਕਲਾਂ। ਤੇ ਬਾਕੀ ਇਹ ਗੱਲ ਆ ਵੀ ਮੈਂ ਪਹਿਲਾਂ ਤੋਂ ਮੇਰੀ 70.5 ਸਾਲ ਉਮਰ ਹੋ ਗਈ ਆ ਤੇ ਮੈਂ ਪਹਿਲਾਂ ਤੋਂ ਘੋਲਾਂ 'ਚ ਲੜਦਾ ਰਿਹਾ। ਅਸੀਂ 1991-92 'ਚ ਲੋਕਾਂ ਨੂੰ ਜਗਾਉਣ ਲੱਗ ਪਏ ਸੀਗੇ ਵੀ ਇਹ ਜਿਹੜਾ WTO, ਇਹ ਜਿਹੜਾ ਗੈਟ ਸਮਝੌਤਾ, ਇਹ ਜਿਹੜਾ ਡੰਕਲ ਸਮਝੌਤਾ, ਇਹ ਆਉਣ ਵਾਲੇ ਸਮੇਂ 'ਚ ਨੌਕਰੀਆਂ ਨਹੀਂ ਮਿਲਣੀਆਂ, ਜਿਹੜੀਆਂ ਪੈਨਸ਼ਨਾਂ ਨਹੀਂ ਮੁਲਾਜ਼ਮਾਂ ਨੂੰ ਮਿਲਣੀਆਂ, ਕਿਉਂਕਿ ਮੈਂ ਮੁਲਾਜ਼ਮ ਦੇ ਤੌਰ 'ਤੇ ਪਹਿਲਾਂ ਵੋਟ ਰਿਹਾ ਮੁਲਾਜ਼ਮਾਂ ਨੂੰ। ਔਰ ਦੂਜੀ ਗੱਲ ਇਹ ਆ ਕੰਟਰੀਬਿਊਟਰੀ ਪੈਨਸ਼ਨਾਂ ਮਿਲਣੀਆਂ। ਅਸੀਂ ਇਹ ਉਸ ਵੇਲੇ ਹੀ ਸਮਝ ਗਏ ਸੀ, ਪਰ ਜਦੋਂ 3 ਜੂਨ ਤੋਂ ਇਹ ਆਰਡੀਨੈਂਸ ਜਾਰੀ ਕੀਤੇ, 6 ਜੂਨ ਨੂੰ ਕਾਨੂੰਨ ਬਣਾਤੇ, ਅਸੀਂ ਉਸ ਵੇਲੇ ਤੋਂ ਹੀ ਕਰੋਨਾ, ਭਾਵੇਂ ਮੋਦੀ ਸਰਕਾਰ ਨੇ ਕਰੋਨਾ ਦਾ ਬਹਾਨਾ ਲਾ ਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਤਾ, ਲਾਕਡਾਊਨ ਲਾ ਕੇ, ਕਰਫਿਊ ਲਾ ਕੇ, ਪਰ ਅਸੀਂ ਫਿਰ ਵੀ ਉੱਠੇ। ਔਰ ਨਾਲ ਇਹ ਆ ਵੀ ਲੋਕਾਂ ਨੂੰ ਜਗਾਇਆ, ਪਿੰਡ ਪਿੰਡ ਜਾ ਕੇ ਜਗਾਇਆ, ਪਿੰਡ ਪਿੰਡ ਉਹਨਾਂ ਨੂੰ ਹੋਕਾ ਦਿੱਤਾ ਵੀ ਆਉਣ ਵਾਲਾ ਸਮਾਂ ਬਹੁਤ ਮਾੜਾ ਆ। ਕਾਰਪੋਰੇਟ ਘਰਾਣਿਆਂ ਨੇ ਤੁਹਾਡੀਆਂ ਜ਼ਮੀਨਾਂ ਹੜਪ ਲੈਣੀਆਂ, ਤੁਹਾਡੇ ਤੋਂ ਜਿਹੜੀ ਜ਼ਮੀਨ ਆ ਖੋਹ ਲੈਣੀਆਂ। ਲੋਕਾਂ ਨੂੰ ਪਹਿਲਾਂ ਅਸੀਂ ਪੰਜਾਬ ਬੰਦ ਕੀਤਾ, ਫਿਰ ਅਸੀਂ ਟਰੈਕਟਰ ਮਾਰਚ ਕੀਤਾ 14 ਦਸੰਬਰ ਨੂੰ, ਫਿਰ ਅਸੀਂ ਭਾਰਤ ਬੰਦ ਕੀਤਾ, ਫਿਰ ਅਸੀਂ 1 ਅਕਤੂਬਰ ਤੋਂ ਲਗਾਤਾਰ ਅਸੀਂ ਰੇਲਾਂ 'ਤੇ ਉੱਥੇ ਰੇਲਾਂ ਸਟਾਪ ਕੀਤੀਆਂ। ਫਿਰ 7 ਅਕਤੂਬਰ ਤੋਂ ਲਗਾਤਾਰ ਅਸੀਂ ਪੰਜਾਬ ਦੇ ਜਿੰਨੇ ਵੀ ਟੂਲ ਪਲਾਜ਼ੇ ਸੀਗੇ ਉਹ ਬੰਦ ਕੀਤੇ, ਔਰ ਰਿਲਾਇੰਸ ਦੇ ਜਿਹੜੇ ਪੰਪ ਆ ਉਹ ਬੰਦ ਕੀਤੇ, ਔਰ ਨਾਲ ਇਹ ਵੀ ਆ ਜਿੰਨੇ ਅਦਾਨੀ ਦੇ ਮਾਲ ਸੀਗੇ ਉਹ ਬੰਦ ਕੀਤੇ। ਫਿਰ ਹੁਣ ਜਿਹੜਾ ਜੀਓ ਦਾ ਸਿਮ ਸੀਗਾ ਉਹਨੂੰ ਏਅਰਟੈਲ ਦੇ ਵਿੱਚ ਟ੍ਰਾਂਸਫਰ ਕਰਾਏ, ਤਾਂ ਕਿ ਜਿਹੜੇ ਮੋਦੀ ਦੇ ਯਾਰ ਆ ਅਦਾਨੀ ਜਿਨ੍ਹਾਂ ਦੀ ਖਾਤਰ ਇਹ ਕਾਲੇ ਕਾਨੂੰਨ ਬਣਾਏ ਆ, ਬਾਕੀ ਸਾਰੀ ਜਨਤਾ ਨੂੰ ਬਰਬਾਦ ਕਰਨ ਲਈ, ਤਾਂ ਕਿ ਉਹਦੇ ਉੱਤੇ ਸੱਟ ਮਾਰੀ ਜਾਵੇ। ਸਾਨੂੰ ਵੀ ਪਤਾ ਵੀ ਜਿੰਨਾ ਜ਼ਿਕਰ ਅਦਾਨੀ ਮੋਦੀ ਨੂੰ ਕਹਿੰਦਾ ਨਹੀਂ, ਕਿਉਂਕਿ ਸਰਕਾਰ ਉਹ ਚਲਾਉਂਦੇ ਆ ਸਰਮਾਏਦਾਰ। ਇਹ ਜਿੰਨੇ ਵੀ ਕਾਰਪੋਰੇਟ ਘਰਾਣੇ ਆ ਇਹਨਾਂ ਦੀ ਆਪਣੀ ਕੋਈ ਜ਼ਮੀਰ ਨਹੀਂ ਹੈਗੀ, ਪਰ ਉਹਨਾਂ ਜ਼ਿਕਰ ਜ਼ਿਆਦਾ ਉਹ ਨਹੀਂ ਕਹਿਣਾ ਤਾਂ ਦੇ ਮਾਫ ਹੋਣ। ਸਾਨੂੰ ਤਾਂ ਕਹਿੰਦਾ ਵੀ ਇਹ ਕਾਲੇ ਕਾਨੂੰਨਾਂ ਦੇ ਵਿਰੁੱਧ SDM ਦੇ ਤੁਸੀਂ ਅਪੀਲ ਕਰ ਸਕਦੇ ਆ। ਆਪ ਜਿਹੜਾ ਅਦਾਨੀ ਆ ਜਦ ਉਹਨੂੰ ਘਾਟਾ ਪਿਆ, ਉਹ ਆਪ ਕਿਉਂ ਸੁਪਰੀਮ ਕੋਰਟ 'ਚ ਗਿਆ? ਉਹ ਵੀ SDM 'ਤੇ ਜਾਂਦਾ, ਤਾਂ ਕਿ ਵੀ ਉਹਨੂੰ ਪਤਾ ਲੱਗਦਾ ਵੀ SDM ਕਿੰਨਾ ਕੁ ਉਹਨੂੰ ਹੱਕ ਦਿੰਦਾ, ਕਿੰਨਾ ਕੁ ਉਹਨੂੰ ਦਿੰਦਾ। ਪਰ ਸਾਨੂੰ ਇੰਨਾ ਕੌਨਫੀਡੈਂਸ ਆ। ਮੈਂ ਹੋਰ ਪਿੱਛੇ ਦੱਸ ਦੇਵਾਂ, ਮੈਂ ਜਦੋਂ ਟੀਚਰ ਸੀਗਾ 1978 ਦੇ ਵਿੱਚ ਮੈਂ ਬੇਰੁਜ਼ਗਾਰਾਂ ਦਾ ਘੋਲ ਲੜਿਆ। ਉਸ ਵੇਲੇ 25,000 ਅਧਿਆਪਕ ਪੱਕੇ ਕਰਾਏ। ਉਸ ਵੇਲੇ 85 ਦਿਨ ਉਹ ਘੋਲ ਚੱਲਿਆ ਸੀਗਾ, ਅਤੇ ਮੈਂ ਫਿਰੋਜ਼ਪੁਰ ਜੇਲ੍ਹ 'ਚ ਰਿਹਾ। ਮੈਨੂੰ ਮਾਣ ਆ ਵੀ ਆਪਣੇ 'ਤੇ ਵੀ, ਆਪਣੇ ਪਰਿਵਾਰ 'ਤੇ ਵੀ, ਤਾਂ ਆਪਣੇ ਭਤੀਜਿਆਂ 'ਤੇ ਵੀ, ਵੀ ਜਿਹੜਾ ਦੂਜੇ ਸੰਘਰਸ਼ ਪਹਿਲਾਂ ਤੋਂ ਮੇਰਾ ਵੱਡਾ ਭਰਾ ਜਿਹੜਾ ਤਰਸੀਮ ਦਸਾਂਝ, ਉਹ ਵੀ ਪੰਜਾਬ ਰੋਡਵੇ ਐਮਪਲਾਈ ਯੂਨੀਅਨ ਦਾ ਬਾਨੀ ਆ, ਔਰ ਪਿੰਡ ਦੇ ਵਿੱਚ ਉਹਦੀ ਸਮਾਰਕ ਬਣੀ ਆ, ਕਿਉਂਕਿ ਉਹ ਵੀ ਚਲੋ ਲੜਦਾ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਜੇ ਮੈਂ ਲੜਦਾ ਸ਼ਹੀਦ ਹੋਵਾਂ। ਇਹ ਔਰ ਦੂਜੀ ਔਰ ਮੋਦੀ ਨੇ
ਜਿਹੜਾ ਪੰਜਾਬੀਆਂ ਦਾ ਵਿਰਸਾ ਨਹੀਂ ਪੜ੍ਹਿਆ। ਅਸੀਂ ਉਹਨਾਂ ਦੇਸ਼ ਭਗਤਾਂ, ਉਹਨਾਂ ਗਦਰੀ ਬਾਬਿਆਂ, ਉਹਨਾਂ ਗੁਰੂਆਂ ਦੀ ਸਾਡੇ ਤੇ ਵਿਰਸਾ ਜਿਹੜੀ ਇੰਨੀ ਸਾਡੀ ਛਾਪ ਆ। ਜਿਹੜੇ ਪੰਜਾਬੀ ਆ ਉਹ ਪਿਛਾ ਨੂੰ ਨਹੀਂ ਮੁੜ ਸਕਦੇ, ਅੱਗੇ ਨੂੰ ਜਾ ਸਕਦੇ ਆ। ਇਹ ਸਿੱਖ ਦਾ ਧਰਮ ਪਿੱਛੇ ਨੂੰ ਨਹੀਂ ਮੁੜਨਾ। ਅਸੀਂ ਮੋਦੀ ਦਾ ਬੈਕ ਗੇਅਰ ਲਾਵਾਂਗੇ। ਜਿਹੜੇ ਪੰਜਾਬੀਆਂ ਨੇ ਇਹਨੂੰ ਜਿਹੜਾ ਪੰਗਾ ਪਾਇਆ, ਉਹ ਜਿੱਦਾਂ ਲੋਕ ਗੀਤ ਵੀ ਆ, ਪੁੱਠਾ ਪੰਗਾ ਲੈ ਲਿਆ ਮੋਦੀ ਆ, ਭੋਗ ਦੇ ਸਿੰਘਾਂ ਨੂੰ ਹੱਥ ਲਾ ਕੇ ਪੰਜਾਬੀਆਂ ਨੂੰ ਲਾ ਕੇ ਉਹਨੂੰ ਛੇੜ ਕੇ ਉਹਨ ਕਿਹਾ ਵੀ ਜਿਸ ਤਰ੍ਹਾਂ ਬਾਕੀ ਧਰਮ ਆ, ਚਾਹੇ ਉਹ ਬੋਧੀ ਆ, ਚਾਹੇ ਉਹ ਜੈਨੀ ਆ, ਚਾਹੇ ਉਹ ਈਸਾਈ ਆ, ਉਹਨ ਮੁਸਲਮਾਨ ਵੀ ਦਬਾ ਲੈ, ਪਰ ਇਹ ਜਿਹੜੇ ਪੰਜਾਬੀ ਆ ਇਹ ਹੈਕ ਠੋਕ ਕੇ ਕਹਿੰਦੇ ਆ, ਇਹ ਦੱਬਣ ਵਾਲੇ ਨਹੀਂ। ਔਰ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਜਿਹੜਾ ਪੰਜਾਬੀਆਂ ਨੇ ਖੂਨ ਡੋਲਿਆ, ਇਹਦੀ RSS ਨੇ, ਇਹਦੀ BJP ਨੇ, ਇਹਦੀ ਸ਼ਿਵ ਸੈਨਾ ਨੇ, ਇਹਦੀ ਪਰ ਉਹ ਜਿਹੜਾ ਤੁਸੀਂ ਕਹਿ ਰਹੇ ਕਿ ਸਭ ਤੋਂ ਵੱਧ ਖੂਨ ਪੰਜਾਬੀਆਂ ਨੇ ਡੋਲਿਆ ਸੀਗਾ, ਪਰ ਅੱਜ ਤਾਂ ਉਹ ਇੱਥੇ ਬੈਠਿਆਂ ਨੂੰ ਅੱਤਵਾਦੀ ਵੀ ਕਹਿ ਰਹੇ ਹੈਗੇ ਆ। ਇਸੇ ਗੱਲ ਦਾ ਜਵਾਬ ਦਲਜੀਤ ਦੋਸਾਂਝ ਹੋਣਾ ਨੇ ਵੀ ਦਿੱਤਾ ਸੀਗਾ ਵੀ ਤੁਹਾਨੂੰ ਅੱਤਵਾਦੀ ਦਿਖਦੇ ਨੇ। ਸੋ ਮਤਲਬ ਤੁਹਾਡੇ 'ਚੋਂ ਖੂਨ ਦੌੜ ਰਿਹਾ ਹੈਗਾ, ਉਹ ਜਿਹੜੇ ਕੀ ਕਹਿ ਸਕਦੇ ਦੇਸ਼ ਭਗਤਾਂ ਦਾ, ਔਰ ਲਗਾਤਾਰ ਤੁਸੀਂ ਜਾਗਰੂਕਤਾ ਫੈਲਾਉਂਦੇ ਰਹਿੰਦੇ ਆ। ਪਰ ਕੀ ਲੱਗਦਾ ਇਹਨਾਂ ਅੰਦੋਲਨਾਂ ਦੇ ਵਿੱਚ ਅਸੀਂ ਕਿੰਨੀ ਕੁ ਜਾਗਰੂਕਤਾ ਫੈਲਾ ਪਾਏ? ਜੇ ਅਸੀਂ ਅੱਤਵਾਦ ਫੈਲਾਉਣਾ ਹੁੰਦਾ, ਜੇ ਅਸੀਂ ਸਾਡੇ ਨੌਜਵਾਨਾਂ ਨੂੰ ਇੱਕ ਸਾਡੀ ਲੀਡਰਸ਼ਿਪ ਦਾ ਇੱਕ ਹੁਕਮ ਦੀ ਗੋਲ ਆ, ਇਹਦੇ ਜਿਹੜੇ ਆਦੀਆਂ ਬੈਰੀਕੇਡ ਸ਼ੰਭੂ ਬਾਰਡਰ ਤੋੜ ਕੇ ਆਏ ਆ, ਪਹਿਲੇ ਦਿਨ ਤੋਂ ਅਸੀਂ ਅੰਬਾਲਾ ਵਾਲਾ ਤੋੜ ਕੇ ਆਏ ਆ। ਇਹਦੀ ਸੜਕ ਸਾਡੇ ਪੰਜਾਬੀਆਂ ਨੇ ਹੱਥਾਂ ਨਾਲ ਪੂਰ ਦਿੱਤੀ, ਜਿਹੜੀ ਕਨਾਲ ਤੋਂ ਅੱਗੇ 10 ਮੀਟਰ ਪੱਟੀ ਉਹਦੀ। ਇਹ ਪੰਜਾਬੀ ਤਾਂ ਜਿੱਦਣ ਨੂੰ ਤੁਰਪਣ, ਇਹ ਲੋਹੇ ਦਾ ਸੁਹਾਗਾ। ਅਸੀਂ ਤਾਂ ਸਰਹੰਦ ਤੇ ਪੰਜਾਬੀਆਂ ਨੇ, ਸਿੱਖਾਂ ਨੇ ਚੱਪਲ ਚਿੜੀ ਦੇ ਮੈਦਾਨ ਦੇ ਵਿੱਚ ਜਦ ਸਾਹਿਬਜ਼ਾਦਿਆਂ ਦਾ ਬਦਲਾ ਲਿਆ, ਉਦੋਂ ਲੋਹੇ ਦਾ ਸੁਹਾਗਾ ਸਰਹੰਦ ਤੇ ਫੇਰਦਾ। ਇਹ ਮੋਦੀ ਦੇ ਅਸੀਂ ਕਿਲੇ ਤੇ ਵੀ ਫੇਰ ਸਕਦੇ ਹਾਂ, ਪਰ ਅਸੀਂ ਕਹਿੰਦੇ ਹਾਂ ਇਹ ਮੋਦੀ ਅਜੇ ਵੀ ਕਿਸਾਨਾਂ ਦੇ ਪੈਰੀਂ ਪੈ ਜਾਵੇ, ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਨ ਲਵੇ, ਨਹੀਂ ਤਾਂ ਇਹਨੂੰ ਇਹ ਜਿਹੜਾ ਬੈਰ ਆ ਬਹੁਤ ਮਹਿੰਗਾ ਪੰਜਾਬੀਆਂ ਨਾਲ ਪਊਗਾ। ਮੈਂ ਹੋਰ ਵੀ ਜਿੰਨਾ ਕਰੋ ਭਾਸ਼ਣ ਮੈਂ ਤਾਂ ਕਰ ਸਕਦਾ। ਆਹ ਭਾਸ਼ਣ ਜਿਹੜਾ ਗਲਾ ਸਾਰੇ ਤਾਰੀਫ ਕਰ ਰਹੇ ਸੀ ਕਿ ਦਲਜੀਤ ਦੋਸਾਂਝ ਨੇ ਬੜੀ ਸੋਹਣੀ ਪੰਜਾਬੀ ਦੇ ਵਿੱਚ ਜਵਾਬ ਦਿੱਤੇ। ਹੁਣ ਪਤਾ ਲੱਗ ਗਿਆ ਉਹ ਜਾਗਰੂਕਤਾ ਕਿੱਥੋਂ ਆਉਂਦੀ ਹੈ। ਮਤਲਬ ਉਹ ਜਿਸ ਤਰ੍ਹਾਂ ਤੁਸੀਂ ਸ਼ੁਰੂ ਤੋਂ ਜੁੜੇ ਰਹੇ ਆ, ਸੋ ਇੱਕ ਉਹ ਜਾਗਰੂਕਤਾ ਜਿਹੜੀ ਅੱਗੇ ਨੌਜਵਾਨੀ ਦੇ ਵਿੱਚ ਬਜ਼ੁਰਗਾਂ ਤੋਂ ਜਾਂਦੀ ਹੈ, ਉਹ ਸੇਧ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਹੈਰੀਟੇਜ ਆ, ਇਹ ਸਾਡੇ ਖੂਨ 'ਚ ਆ। ਅਸੀਂ ਚਾਰੇ ਹੀ ਭਰਾ ਬਹੁਤ ਵਧੀਆ ਭੰਗੜਾ ਪਾ ਲੈਂਦੇ ਸੀ, ਹਾਕੀ ਖੇਲਦੇ ਸੀ। ਮੈਂ ਹੁਣ ਵੀ ਕਹਿੰਦਾ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਮੋਦੀ ਦੀ ਹਿੱਕ ਦੇ ਭੰਗੜਾ ਪਾ ਕੇ ਜਾਵਾਂਗੇ। ਉਹਨਾਂ ਚਿਕਰ ਪਿਛਾ ਨਹੀਂ ਮੁੜਦੇ ਜਿੰਨਾ ਚਿਕਰ ਉਹ ਤੇ ਕਾਲੇ ਕਾਨੂੰਨ, ਭਾਵੇਂ ਸਾਨੂੰ 6 ਮਹੀਨੇ ਸਾਡਾ ਦਾਈਆ ਇੱਥੋਂ ਤੱਕ ਆ 20 ਤੋਂ 24 ਤੱਕ ਇਹਨੂੰ ਗੱਦੀ ਤੋਂ ਲਾ ਕੇ ਜਾਵਾਂਗੇ, ਉਹਨਾਂ ਚਿਕਰ ਪੰਜਾਬੀ ਪਿਛਾ ਨਹੀਂ ਮੁੜਦੇ। ਸਤਿ ਸ੍ਰੀ ਅਕਾਲ। ਬਈ ਜਿੰਨਾ ਚਿਕਰ ਇਹ ਕਾਨੂੰਨ ਜਿਹੜਾ ਰੱਦ ਨਹੀਂ ਕਰਦੇ। ਮੈਂ ਹੋਰ ਪਿੱਛੇ ਲੈ ਜਾਵਾਂ, 1906 ਦੇ ਵਿੱਚ ਜਦੋਂ ਸੱਤ 'ਚ ਦੀਆਂ ਅੰਗਰੇਜ਼ਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਸੀ, ਉਸ ਵੇਲੇ ਪਹਿਲਾ ਕਿਸਾਨ ਮੋਰਚਾ ਲੱਗਾ ਸੀ। ਆਹ ਮੇਰੀ ਲੋਗੋ ਦੇਖੋ, ਇਹਦੇ ਉੱਤੇ ਫੋਟੋ ਕਿਹਦੀ ਆ? ਇਹ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਦੀ ਆ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਇੱਥੇ ਰੱਖ। ਇਹ ਅਜੀਤ ਸਿੰਘ ਦੀ ਆ। ਜੇਨ ਉਸ ਵੇਲੇ ਨਾਰਾ ਦਿੱਤਾ ਸੀ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਵਿਹਲੜਾਂ ਨੇ ਲੁੱਟ ਲਿਆ ਤੇਰਾ ਮਾਲ ਓਏ, ਪਗੜੀ ਸੰਭਾਲ ਜੱਟਾ। ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਭਗਤ ਸਰਾਭਿਆਂ ਦੇ, ਅਸੀਂ ਗਦਰੀ ਬਾਬਿਆਂ ਦੇ, ਅਸੀਂ ਬਬਰਾਂ ਦੇ। ਅਸੀਂ ਜਿੰਨੀਆਂ ਵੀ ਮੂਵਮੈਂਟਾਂ ਚੱਲੀਆਂ, ਚਾਹੇ ਕੋਈ ਵੀ ਆ, ਸਾਡੇ ਪਿੰਡ ਨੂੰ ਮਾਣ ਆ। ਮੈਂ ਹਿੱਕ ਠੋਕ ਕੇ ਕਹਿਣਾ, ਚਾਹੇ ਉਹ ਗਦਰੀ ਬਾਬੇ ਹੋਏ ਆ, ਚਾਹੇ ਉਹ ਬਬਰ ਹੋਏ ਆ, ਸਾਡੇ ਪਿੰਡ ਨੇ ਹਰੇਕ ਹੀ ਲਹਿਰ 'ਚ ਪਾਰਟੀਸਪੇਟ ਕੀਤਾ ਆ। ਇਸ ਕਰਕੇ ਅੱਜ ਅਸੀਂ ਵੀ ਹਿੱਕਾਂ ਤਾਣ ਕੇ ਇੱਥੋਂ ਪਹਿਲੇ ਦਿਨ ਤੋਂ 25 ਤਰੀਕ ਦੇ ਘਰੋਂ ਤੁਰੇ ਆ। 27 ਨੂੰ ਇੱਥੇ ਮੋਰਚਾ ਗੱਡਿਆ ਆ। ਉਹਨਾਂ ਚਿੱਕਰ ਗੱਡਿਆ ਰਹੂਗਾ ਮੋਦੀਆ, ਜਿੰਨਾ ਚਿੱਕਰ ਇਹ ਕਾਲੇ ਕਾਨੂੰਨ ਚਾਹੇ ਅੱਜ ਰੱਦ ਕਰ ਲੈ, ਚਾਹੇ 6 ਮਹੀਨਿਆਂ ਨੂੰ ਕਰ ਲੈ, ਚਾਹੇ 6 ਸਾਲਾਂ ਨੂੰ ਕਰ ਲੈ, ਅਸੀਂ ਤੇ ਤੋਂ ਰੱਦ ਕਰਾ ਕੇ ਜਾਣੇ ਆ। ਸੋ
ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਗਦਰੀ ਬਾਬਿਆਂ ਦੇ ਵਾਰਿਸ ਹਾਂ। ਸੋ ਇਹ ਸਾਡੇ ਨਾਲ ਜਿਹੜੇ ਸਨ ਦਲਜੀਤ ਦੋਸਾਂਝ ਉਹਨਾਂ ਦੇ ਤਾਇਆ ਜੀ ਸਨ, ਸੋ ਚਾਚਾ ਜੀ ਸਨ। ਸੋ ਲਗਾਤਾਰ ਇੱਥੇ ਦੋਸਾਂਝ ਕਲਾਂ ਪਿੰਡ ਦਾ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਵੀ ਇੱਥੇ ਮੋਰਚਾ ਜਿਹੜਾ ਲਗਾਇਆ ਗਿਆ ਹੈਗਾ, ਇਹਨਾਂ ਵੱਲੋਂ ਵੀ ਤੰਬੂ ਜਿਹੜੇ ਨੇ ਇੱਥੇ ਲਗਾਏ ਗਏ ਆ ਔਰ ਇਹ ਲੇਡੀਜ਼ ਵੀ ਇੱਥੇ ਆ ਰਹੀਆਂ ਹੈਗੀਆਂ ਆ ਵਾਰੀ-ਵਾਰੀ ਔਰ ਜਿਹੜੇ ਇੱਥੇ ਕਿਸਾਨ ਨੇ ਉਹ ਵੀ ਵਾਰੀ-ਵਾਰੀ ਆ ਕੇ ਆਪਣਾ ਜਿਹੜਾ ਫਰਜ਼ ਆ ਉਹ ਇਸ ਸੰਘਰਸ਼ ਦੇ ਵਿੱਚ ਆਪਣੀ ਹਿੱਸੇਦਾਰੀ ਪਾਉਣ ਦਾ ਉਹ ਫਰਜ਼ ਜਿਹੜਾ ਆ ਉਹ ਇੱਥੇ ਆ ਕੇ ਅਦਾ ਕਰ ਰਹੇ ਨੇ। ਸੋ ਇੱਧਰ ਨੇ ਭੈਣ ਜੀ, ਇੱਕ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਹਾਂਜੀ, ਮਨਜੀਤ ਕੌਰ। ਅੱਛਾ, ਤੁਸੀਂ ਜਿਵੇਂ ਹੁਣੇ ਉਧਰੋਂ ਖਬਰ ਆ ਗਈ ਹੈ ਕਿ ਤੁਸੀਂ ਭਰਜਾਈ ਹੋ, ਸੋ ਕਿਵੇਂ ਮਾਣ ਹੁੰਦਾ ਜੋ ਜਿਸ ਤਰ੍ਹਾਂ ਨਾਲ ਦਿਓਰ ਨੇ ਜਵਾਬ ਦਿੱਤਾ ਹੈ? ਹਾਂਜੀ, ਬਹੁਤ ਜ਼ਿਆਦਾ ਹੁੰਦਾ ਮਾਣ ਸਾਨੂੰ। ਹਾਂਜੀ, ਜੇ ਤੁਹਾਨੂੰ ਜਵਾਬ ਦੇਣਾ ਹੁੰਦਾ ਤੇ ਤੁਸੀਂ ਕੀ ਕਹਿੰਦੇ ਫਿਰ? ਅਸੀਂ ਵੀ ਜਵਾਬ ਦਿੰਦੇ। ਕੀ ਕਹਿੰਦੇ ਇਹ ਦੱਸੋ। ਹਾਂਜੀ, ਅਸੀਂ ਵੀ ਇਹੀ ਕਹਿੰਦੇ ਜੋ ਕੰਜਣਾ ਉਹਨਾਂ ਨੇ ਜਵਾਬ ਦਿੱਤਾ ਆ ਵੀ ਕੰਜਣਾ ਨੂੰ, ਅਸੀਂ ਵੀ ਕਹਿੰਦੇ ਵੀ ਕੰਜਣਾ ਸਾਡੇ ਆਣ ਕੇ ਕੰਮ ਕਰਦੀ ਤੇ ਅਸੀਂ ਵੀ ਉਹਨੂੰ ਪੈਸੇ ਦਿੰਦੇ। ਫਿਰ ਹਾਂ, ਜੇ ਦਿਹਾੜੀ ਦੇ ਉੱਤੇ ਬੈਠ ਕੇ ਸੰਘਰਸ਼ ਲੜੇ ਜਾ ਸਕਦੇ ਨੇ ਤੇ ਕਿਉਂ ਨਾ ਫਿਰ ਦਿਹਾੜੀ ਦੇ ਕੇ ਹੀ ਬੁਲਾ ਲਿਆ ਜਾਏ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜੀਤ ਕੌਰ। ਹਰਜੀਤ ਕੌਰ ਤੁਹਾਡਾ ਨਾਮ ਹੈ, ਤੁਸੀਂ ਵੀ ਦੋਸਾਂਝਾ ਕਲਾਂ ਤੋਂ ਦਸਾਂਝ ਕਲਾਂ ਤੋਂ ਆਇਆ ਜੀ। ਸੋ ਅੱਜ ਤੁਸੀਂ ਵੀ ਇੰਨੀ ਦੂਰੋਂ ਚੱਲ ਕੇ ਇਸ ਸੰਘਰਸ਼ ਦੇ ਵਿੱਚ ਆਏ ਆ। ਪਹਿਲਾਂ ਤਾਂ ਇਹ ਦੱਸੋ ਇੱਥੇ ਜੋ ਖਬਰਾਂ ਆ ਰਹੀਆਂ ਨੇ ਪਿੰਡ ਬੈਠਿਆਂ ਨੂੰ, ਜੋ ਸੁਣਨ ਨੂੰ ਆ ਰਿਹਾ ਇਸ ਸੰਘਰਸ਼ ਨੂੰ ਲੈ ਕੇ, ਉਹ ਕੀ ਗੱਲਾਂ ਬਾਤਾਂ ਨੇ? ਹਾਂਜੀ, ਅਸੀਂ ਕਿਸਾਨਾਂ ਇੱਕ ਕਿਸਾਨ ਹੋਣ ਦੇ ਨਾਤੇ ਬਈ ਸਾਰੇ ਸਾਨੂੰ ਜਾਂ ਸਾਡੀਆਂ ਜ਼ਮੀਨਾਂ ਹੀ ਇਹਨਾਂ ਨੇ ਖੋਹ ਲੈਣੀਆਂ ਤਾਂ ਫਿਰ ਸਾਡੇ ਕੋਲ ਕੀ ਰਹਿ ਗਿਆ। ਅਸੀਂ ਇਸ ਕਰਕੇ ਅਸੀਂ ਆਪਣੇ ਹੱਕ ਲਈ ਆਏ ਆ। ਜੀ। ਸੋ ਮਤਲਬ ਇਸ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਣ ਦੇ ਲਈ ਆਏ ਆ। ਸੋ ਇਹ ਉਹ ਲੇਡੀਜ਼ ਨੇ ਜਿਹੜੀਆਂ ਅੱਜ ਨਵੇਂ ਸਾਲ ਦੇ ਮੌਕੇ ਤੇ ਇੱਥੇ ਪਹੁੰਚੇ ਨੇ। ਸੋ ਇੱਧਰ ਫਿਰ ਇੱਕ ਵਾਰੀ ਚਾਚਾ ਜੀ ਕੁਝ ਕਹਿਣਾ ਚਾਹ ਰਹੇ ਜੀ, ਕੀ ਕਹਿਣਾ ਚਾਹ ਰਹੇ ਸੀ? ਮੈਂ ਇਹ ਕਹਿਣਾ ਚਾਹੁੰਦਾ ਵੀ ਚਾਹੇ ਦੂਜਾ ਮੁਗਲਾਂ ਦਾ ਰਾਜ ਹੋਇਆ, ਚਾਹੇ ਕਿਸੇ ਦਾ ਵੀ ਰਾਜ ਹੋਇਆ, ਦਿੱਲੀ ਜਿਹੜੀ ਮੁੱਢ ਤੋਂ ਉਹ ਪੰਜਾਬੀਆਂ ਦਾ ਉਹਨਾਂ ਨਾਲ ਬੈਰ ਰਿਹਾ। ਤੇ ਮੈਂ 1975 'ਚ 26 ਜੂਨ 1975 ਨੂੰ ਜਦ ਐਮਰਜੈਂਸੀ ਲੱਗੀ ਆ, ਸਾਡੇ ਇੱਕ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੀਤ ਲਿਖਿਆ ਸੀਗਾ, ਉਹਦਾ ਮੈਂ ਇੱਕ ਦੋ ਟੱਪੇ ਸੁਣਾਉਂਗਾ। ਜ਼ਰੂਰ। ਪਰ ਮੇਰਾ ਕਿਉਂਕਿ ਸਾਡੇ ਵਿਰਸੇ 'ਚ ਹੀ ਆ ਗਾਉਣਾ ਵੀ, ਨੱਚਣਾ ਵੀ, ਟੱਪਣਾ ਵੀ, ਤੇ ਆ ਗਲਾ ਹੁਣ ਬਹੁਤੇ ਦਿਨ ਹੋ ਗਏ ਸਾਥ ਨਹੀਂ ਦਿੰਦਾ। ਮਿਸਰੀ ਜੋ ਮਰਜ਼ੀ ਆ, ਉਹ ਮੈਂ ਇੱਕ ਦੋ ਉਹ ਦਿੱਲੀ ਨੂੰ ਜਿਸ ਵੇਲੇ ਅੱਜ ਇਹ ਜਿਹੜਾ ਹਿੰਦੂ ਰਾਜ ਕਾਇਮ ਕਰਨਾ ਚਾਹੁੰਦਾ, ਜਿਸ ਵੇਲੇ ਕਸ਼ਮੀਰੀ ਪੰਡਤ ਅਨੰਦਪੁਰ ਸਾਹਿਬ ਪਹੁੰਚੇ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਧਰਮ ਨੂੰ ਖਤਰਾ, ਕੋਈ ਬਲੀਦਾਨ ਮਹਾਯੋਧਾ ਉਹ ਕੁਰਬਾਨੀ ਦੇਵੇ। ਸਾਡਾ ਤੇਗ ਬਹਾਦਰ ਸੂਰਾ ਉਸ ਵੇਲੇ ਉਹ ਬਲੀਦਾਨ ਇਹਨਾਂ ਲਈ ਦੇਣ ਪੁੱਜਾ ਸੀ। ਤਾਂ ਗੁਰੂ ਗੋਬਿੰਦ ਸਿੰਘ ਉਸ ਵੇਲੇ 9 ਸਾਲ ਦੇ ਸਨ। ਉਹਨਾਂ ਨੇ ਪੁੱਛਿਆ ਕੋਈ ਮਹਾਯੋਧਾ ਮਹਾਂਪੁਰਸ਼ ਦਾ ਵੀ ਅਸੀਸ ਤੇ ਚਾਹੀਦਾ। ਉਹਨੇ ਆਪਣੇ ਪਿਤਾ ਨੂੰ ਹੱਸ ਕੇ ਤੋਰਿਆ ਸੀ, ਕਹਿੰਦਾ ਪਿਤਾ ਜੀ ਸਭ ਤੋਂ ਵੱਡਾ ਮਹਾਨ ਯੋਧਾ ਕੌਣ ਆ? ਉਸ ਵੇਲੇ ਦੇ ਨੂੰ ਮੁੱਖ ਰੱਖ ਕੇ ਜਿਹੜੇ ਉਹਦੇ ਨਾਲ 5 ਸਿੱਖ ਆਏ, ਉਹਨਾਂ ਨੂੰ ਉਸ ਵੇਲੇ ਦੀ ਰੰਗੇ ਦੀ ਸਰਕਾਰ ਨੇ ਕਿੱਦਾਂ ਵੱਖਰੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਮੈਂ ਇੱਕ ਜਾਂ ਦੋ ਟੱਪੇ ਜਿੰਨਾ ਕਿ ਗਲੇ ਨੇ ਸਾਥ ਦਿੱਤਾ ਮੈਂ ਉਹ ਤੁਹਾਨੂੰ ਸੁਣਾਉਣਾ। ਦਿੱਲੀਏ ਦੀ ਹਾਲਾ ਵੇਖ ਦੇਗ 'ਚ ਉਬਲਦਾ ਨੀ, ਵੇਖ ਤੇਰਾ ਦਿਲ ਨਾ ਠਰੇ, ਮੱਤੀ ਰਾਤ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਅਜੇ ਵੀ ਮਨ ਮੱਤੀਆਂ ਕਰੇ। ਤੇਰੇ ਤਾਂ ਪਿਆਦੇ ਨੀਰੇ ਖੇਤਾਂ ਦੇ ਪ੍ਰੇਤ ਨੀ, ਤੇਲਾਂ ਦੀ ਤਾਂ ਪੁੱਲੀ ਵਾਂਗੂ ਝਾੜ ਲੈਂਦੇ ਖੇਤ ਨੀ। ਦਿੱਲੀਏ ਵੇਖ ਕਿੱਦਾਂ ਸੜਕਾਂ ਦੇ ਵਿਚਾਲੇ ਲੋਕੀ ਸੌਂਦੇ ਨੇ ਟਰਾਲੀਆਂ 'ਚ ਰੜੇ। ਦਿੱਲੀਏ ਦੇ ਆਲਾ ਵੇਖ ਨੀ ਦੇਗ 'ਚ ਉਬਲਦਾ ਨੀ, ਵੇਖ ਤੇਰਾ ਦਿਲ ਨਾ ਠਰੇ। ਹੋਰ ਅੱਗੇ ਆ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ, ਬੜੀ ਛੇਤੀ ਇਹਦੇ ਵਾਰੀ ਹੋਣ ਦੀ ਉਮੀਦ ਹੈ।
ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨਹੀਂ ਬਹਾਦਰਾਂ ਦੇ, ਤੇਰੇ ਮਹਿਲੀ ਵੜੇ ਕੇ ਵੜੇ, ਦਿੱਲੀਏ ਦੇ ਆਲਾ ਵੇਖ ਦੇਗੇ ਚ ਉਬਲਦਾ ਨਹੀਂ, ਵੇਖ ਤੇਰਾ ਦਿਲ ਨਾ ਠਰੇ, ਸਿਰਾਂ ਵਾਲੇ ਲੋਕੀ ਬੀਜ ਚੱਲਿਆ ਬਿਓੜਨੀ, ਇੱਕ ਦਾ ਤੂੰ ਮੁੱਲ ਭਾਵੇਂ ਰੱਖਦੀ ਕਰੋੜਨੀ। ਅੱਜ ਘੱਲੂ ਘਾਰੇ ਦਾ ਵੀ ਦਿੰਦੇ ਆ ਵੱਡੇ ਦਾ, ਲੋਕ ਇੰਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂ, ਨੀ ਸਿੰਘ ਤੇ ਤੋਂ ਜਾਣੇ ਨਾ ਫੜੇ, ਦਿੱਲੀਏ ਦੇ ਆਲਾ ਵੇਖ ਦੇਗ ਚ ਉਬਲਦਾ ਨੀ, ਵੇਖ ਤੇਰਾ ਦਿਲ ਨਾ ਠਰੇ, ਸੱਚ ਮੋਰੇ ਸਾ ਤੇਰੇ ਜਾਣਗੇ ਤੁਹਾਨੂੰ, ਗੱਲ ਨਹੀਂ ਆਉਣੀ ਤੇਰੇ ਝੂਠੀਆਂ ਗਵਾਹਾਂ ਨੂੰ, ਆ ਸੰਗਤਾਂ ਦੀ ਸਾਥ ਵਿੱਚ ਜਦੋਂ ਤੈਨੂੰ ਖੂਨਣੇ ਨਹੀਂ, ਲੈ ਕੇ ਫੌਜੀ ਖਾਲਸੇ ਖੜੇ, ਦਿੱਲੀਏ ਦੇ ਆਲਾ ਵੇਖ ਦੇਗ ਚ ਉਬਲਦਾ ਨਹੀਂ, ਵੇਖ ਤੇਰਾ ਦਿਲ ਨਾ ਠਰੇ। ਧੰਨਵਾਦ ਜੀ, ਥੈਂਕ ਯੂ। ਮੈਂ ਮਾਸਟਰ ਸ਼ਿਕਾਰਾ ਸਿੰਘ। ਜੀ ਕੀ ਕਹਿਣਾ ਚਾਹ ਰਹੇ ਸੀਗੇ? 2 ਮਿੰਟ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹਨਾਂ ਦਾ 6 ਪੁਖਤਾ ਰਾਜ ਰਿਹਾ ਹੈ ਇਤਰੀ ਦੇ ਉੱਪਰ, ਉਹਨਾਂ ਦੇ ਵਾਰਸ ਭਾਂਡੇ ਮਾਂਜਿਆ ਕਰਤੇ ਹੋਟਲ ਦੇ ਵਿੱਚ, ਇਹਨੂੰ ਸਿਰਫ 4 ਸਾਲ ਹੋਏ ਆ। ਇਹ ਚਾਹ ਬਣਾਉਂਦਾ ਹੈ ਨਾ, ਇਹਨੂੰ ਭਾਂਡਾ ਵਰਤਵੇ ਦੇ ਕਿਸੇ ਭਾਂਡਾ ਮਾਂਜਣ ਵਾਸਤੇ ਨੇ ਤੇ ਭਾਂਡੇ ਮਾਂਜਣ ਪਾਉਂਦੇ ਮੋਦੀ ਸਾਹਿਬ ਨੂੰ। ਇਹ ਮਾੜਾ ਖਿਆਲ ਕਰ ਲਵੇ, ਇਹਦੇ ਪੰਗਾ ਲਿਆ ਸੋਚ ਸਮਝ ਕੇ ਲਵੇ। ਜਿਹੜਾ 6 ਪੁਖਤਾ ਰਾਜ ਰਿਹਾ ਨਾ ਇਹ ਆਪਣੇ ਸਰਕਾਰ ਦਿੱਲੀ ਦੇ ਉੱਪਰ, ਉਹਨਾਂ ਦੇ ਵਾਰਸ ਭਾਂਡੇ ਮਾਂਜਿਆ ਕਰਤੇ ਹੋਟਲ ਦੇ ਵਿੱਚ। ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਆਪਣੇ ਵਿਚਾਰ ਰੱਖਣ ਦੇ ਲਈ। ਸੋ ਦਲਜੀਤ ਦੋਸਾਂਝ ਹੁਣਾਂ ਦੇ ਕਰਕੇ ਦੋਸਾਂਝ ਸ਼ਬਦ ਬਹੁਤ ਮਸ਼ਹੂਰ ਹੋ ਗਿਆ ਸੀਗਾ, ਪਰ ਸਮੁੱਚੇ ਜੇਕਰ ਅਸੀਂ ਪਿੰਡ ਦੀ ਗੱਲ ਕਰੀਏ ਤੇ ਵਾਕਈ ਸਾਰੇ ਹੀ ਬੜੇ ਕ੍ਰਾਂਤੀਕਾਰੀ ਵਿਚਾਰ, ਬੜੇ ਜੋਸ਼ੀਲੇ ਵਿਚਾਰ ਰਹਿ ਕੇ ਇਸ ਸੰਘਰਸ਼ ਦੇ ਵਿੱਚ ਪਹੁੰਚ ਰਹੇ ਨੇ, ਔਰ ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਆਪਣੇ ਪੱਧਰ ਤੇ ਜਿੰਨੇ ਵੀ ਤਿਲ ਫੁੱਲ ਯੋਗਦਾਨ ਉਹ ਪਾ ਸਕਦਾ ਇਸ ਸੰਘਰਸ਼ ਦੇ ਵਿੱਚ ਪਾਇਆ ਜਾਵੇ। ਪਰ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਸੀ, ਲਗਾਤਾਰ ਇੱਕ ਹੀ ਗੱਲ ਸੀ ਕਿ ਜਿੱਤ ਕੇ ਜਾਵਾਂਗੇ। ਅੱਜ ਵੀ ਜਜ਼ਬਾ ਉਹੀ ਹੈ। 40 ਦਿਨ ਹੋ ਗਏ ਨੇ, ਚਾਹੇ ਮੌਸਮ ਵਿਭਾਗ ਕਹਿ ਰਿਹਾ ਕਿ ਅੱਤ ਦੀ ਸਰਦੀ ਪਵੇਗੀ, ਚਾਹੇ ਕੁਝ ਵੀ ਕਿਹਾ ਜਾ ਰਿਹਾ, ਪਰ ਇਸ ਦੇ ਬਾਵਜੂਦ ਇਹਨਾਂ ਦਾ ਜੋਸ਼ ਵੀ ਉਹੀ ਹੈ। ਜੇ ਸਰਕਾਰ ਆਪਣੇ ਨਿਰਣੇ ਦੇ ਉੱਤੇ ਅੜੀ ਹੋਈ ਹੈ ਤੇ ਇਹ ਵੀ ਆਪਣੀ ਜਿਹੜੀ ਇਹਨਾਂ ਦੀ ਮੰਗ ਹੈ ਉਹਦੇ ਉੱਤੇ ਉਸੇ ਤਰ੍ਹਾਂ ਦੇ ਨਾਲ ਡਟੇ ਹੋਏ ਨੇ। ਸੋ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਮਾਧਿਅਮ ਦੇ ਜ਼ਰੀਏ ਹਰ ਤਰ੍ਹਾਂ ਦੀਆਂ तमाम ਖਬਰਾਂ ਤੁਹਾਡੇ ਤੱਕ ਲੈ ਕੇ ਆਈਏ। ਸਿੰਘੂ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ ਜੋ ਹੱਕਾਂ ਦੀ ਬਾਤ ਪਾ ਰਹੇ ਨੇ, ਉਹ ਕਿਸ ਤਰ੍ਹਾਂ ਦਾ ਸੰਘਰਸ਼ ਲੜ ਰਹੇ ਨੇ, ਕਿਹੜੇ ਤਸੱਦਦਾਂ ਦੇ ਵਿੱਚੋਂ ਦੀ ਲੰਘ ਰਹੇ ਨੇ, ਹਰ ਉਹ ਚੀਜ਼ ਤੁਹਾਨੂੰ ਦਿਖਾ ਸਕੀਏ ਕਿਉਂਕਿ ਇੱਕ ਇਤਿਹਾਸ ਸਿਰਜਿਆ ਜਾ ਰਿਹਾ ਹੈ। ਸੋ ਲਗਾਤਾਰ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਦਿਓ ਆਗਿਆ, ਸਹਿਯੋਗੀ ਕੈਮਰਾਮੈਨ ਦਲਵੀਰ ਸਿੰਘ ਦੇ ਨਾਲ। ਧੰਨਵਾਦ।